Welcome back to all my viewers on my YouTube channel. Today I'm discuss about to the most mysterious as well as very interesting story which has been given into the supplementary book of the class 9th English subject. The name of the chapter is the Bewitched Jacket. In this session I am also discuss here some important question answers and notes which are also available in this video. So watch this video till end. Now we are start from this session. ਇਹ ਸੈਸ਼ਨ ਸ਼ੁਰੂ ਹੁੰਦਾ ਵਾ ਜਿਸ ਦੇ ਵਿੱਚ ਇੱਕ ਮਿਸਟੀਰੀਅਸ ਜੀ ਕੀ ਇੱਕ ਸਟੋਰੀ ਆ ਜਿਹਦੇ ਵਿੱਚ ਇੱਕ ਆਥਰ ਆ ਉਹ ਇੱਕ ਪਾਰਟੀ ਦੇ ਵਿੱਚ ਜਾਂਦਾ ਵਾ। ਇੱਕ ਪਾਰਟੀ ਦੇ ਵਿੱਚ ਜਿਹੜਾ ਤੁਹਾਨੂੰ ਪਿਕਚਰ ਦੇ ਵਿੱਚ ਸੀਨ ਦਿਖ ਰਿਹਾ ਹੈ ਪਾਰਟੀ ਦਾ ਸੀਨ ਆ ਜਿਹਦੇ ਵਿੱਚ ਜਿਹੜੇ ਪਰਸਨਸ ਨੇ ਉਹ ਸਾਰੇ ਕੀ ਨੇ ਡਿਫਰੈਂਟ ਤਰ੍ਹਾਂ ਦੇ ਜਿਹੜੇ ਉਹਨਾਂ ਨੇ ਕਲੋਥਸ ਨੇ ਉਹ ਵੀਅਰ ਕੀਤੇ ਹੋਏ ਨੇ। ਉਹ ਸਭ ਨੂੰ ਪਤਾ ਵਾ ਵੀ ਜਦੋਂ ਮੈਰਿਜ ਜਾਂ ਕੋਈ ਫੰਕਸ਼ਨ ਹੁੰਦਾ ਵਾ ਤਾਂ ਉੱਥੇ ਜਿਹੜੇ ਕਲੋਥਸ ਹੁੰਦੇ ਆ ਉਹ ਬੰਦੇ ਆਪਣੀ ਮਨਮਰਜ਼ੀ ਦੇ ਅਤੇ ਡਿਫਰੈਂਟ ਕਲਰ ਦੇ ਪਾਉਂਦੇ ਆ। ਤਾਂ ਜਿਹੜਾ ਆਥਰ ਆ ਉਹ ਪਹਿਲੀ ਵਾਰ ਉੱਥੇ ਜਾਂਦਾ ਵਾ ਅਤੇ ਉਹਨੂੰ ਇਹ ਪਹਿਲੀ ਵਾਰ ਉਹ ਸਾਰੇ ਜਣਿਆਂ ਨੂੰ ਮਿਲਦਾ ਵਾ ਤਾਂ ਉਹ ਸਾਰੇ ਜਣੇ ਜਦੋਂ ਉਹਦੇ ਕੱਪੜੇ ਦੇਖਦੇ ਆ ਉਹਦੇ ਕਲੋਥਸ ਦੇਖਦੇ ਆ ਤਾਂ ਉਹਨੂੰ ਦੇਖਦੇ ਆ। ਉਹਨੂੰ ਦੇਖਣ ਦੇ ਵਿੱਚ ਲੱਗਦਾ ਵੀ ਹਾਂ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਕੱਪੜੇ ਪਾਏ ਹੋਏ ਨੇ। ਅਤੇ ਉਹ ਫਸਟ ਟਾਈਮ ਉੱਥੇ ਗਿਆ ਅਤੇ ਉਹ ਜਦੋਂ ਉੱਥੇ ਜਾਂਦਾ ਵਾ ਤਾਂ ਉਹ ਜਿਹੜੇ ਲੋਕ ਨੇ ਉਹਦੇ ਕੱਪੜਿਆਂ ਦੀ ਪ੍ਰਸ਼ੰਸਾ ਕਰਦੇ ਆ। ਉਹ ਇੱਕ ਭਲਾ ਜਿਵੇਂ ਕਹਿ ਦਿਓ ਵੀ ਇੱਕ ਇਨੋਸੈਂਟ ਜਿਹਾ ਪਰਸਨ ਦਿਖਦਾ ਵਾ ਅਤੇ ਉਹਨੂੰ ਥੋੜ੍ਹਾ ਜਿਹਾ ਉਦਾਸ ਵੀ ਪ੍ਰਤੀਤ ਹੋ ਰਿਹਾ ਸੀਗਾ ਕਿਉਂਕਿ ਉਹਨੂੰ ਥੋੜ੍ਹੀ ਅਨਕੰਫਰਟੇਬਲ ਫੀਲ ਹੋ ਰਿਹਾ ਸੀ ਉਸ ਪਾਰਟੀ ਦੇ ਵਿੱਚ। ਉਹ ਜ਼ਿਆਦਾਤਰ ਕਿਸੇ ਪਾਰਟੀ ਦੇ ਵਿੱਚ ਜਾਂਦਾ ਨਹੀਂ ਅਤੇ ਜਦੋਂ ਉਸਦੇ ਜਿਹੜੇ ਕੱਪੜੇ ਹੁੰਦੇ ਆ ਇੰਨੇ ਚੰਗੇ ਲੱਗਦੇ ਆ ਤਾਂ ਉਸਨੂੰ ਉਹ ਪੁੱਛਦਾ ਵਾ ਆਥਰ ਪੁੱਛਦਾ ਵਾ ਵੀ ਤੁਸੀਂ ਕਿਹੜੇ ਟੇਲਰ ਤੋਂ ਜਿਹੜੇ ਆ ਇਹ ਕਲੋਥਸ ਜਿਹੜੇ ਨੇ ਉਹ ਸਟਿਚ ਕਰਵਾਏ ਨੇ। ਤਾਂ ਉਹ ਜਿਹੜਾ ਆਦਮੀ ਆ ਉਹ ਬੜੇ ਅਜੀਬ ਜਿਹੇ ਢੰਗ ਦੇ ਨਾਲ ਹੱਸਿਆ ਅਤੇ ਫਿਰ ਉਹਨੇ ਕਿਹਾ ਵੀ ਇਹ ਦਰਜੀ ਕਹਿੰਦਾ ਜੀ ਇਹਦੇ ਬਾਰੇ ਤਾਂ ਲਗਭਗ ਕੋਈ ਵੀ ਨਹੀਂ ਜਾਣਦਾ ਕਹਿੰਦਾ ਪਰ ਉਹ ਇੱਕ ਬਹੁਤ ਮਹਾਨ ਕਾਰੀਗਰ ਆ। ਉਹਨੂੰ ਦੱਸਦਾ ਵਾ ਜਦੋਂ ਉਹ ਪੁੱਛਦਾ ਵਾ ਉਹ ਤੋਂ ਵੀ ਇਹ ਕਿਹੜਾ ਪਰਸਨ ਆ ਤਾਂ ਉਹਦੇ ਬਾਰੇ ਉਹ ਦੱਸਦਾ ਵਾ ਵੀ ਜਿਹੜਾ ਉਹ ਪਰਸਨ ਸੀ ਉਹ ਇੱਕ ਮਹਾਨ ਜਿਹੜਾ ਵਾ ਕਿਉਂਕਿ ਉਹ ਜਿਹੜਾ ਦਰਜੀ ਆ ਉਹ ਕਾਫੀ ਜ਼ਿਆਦਾ ਜਿਹੜਾ ਟੇਲਰ ਆ ਉਹ ਕਾਫੀ ਜ਼ਿਆਦਾ ਜਿਹੜਾ ਫੇਮਸ ਆ ਅਤੇ ਦੂਜਾ ਕੀ ਆ ਅਤੇ ਉਹ ਕਾਫੀ ਮਹਿੰਗਾ ਵੀ ਆ ਕਿਉਂਕਿ ਉਹ ਕਾਫੀ ਜ਼ਿਆਦਾ ਪੈਸੇ ਚਾਰਜ ਕਰਦਾ ਵਾ। ਤਾਂ ਜਿਹੜਾ ਉਹ ਅਨਨੋਨ ਪਰਸਨ ਹੁੰਦਾ ਉਹ ਤੋਂ ਪੁੱਛਦਾ ਵਾ ਕਹਿੰਦਾ ਜੀ ਉਹ ਕਿੱਦਾਂ ਕਹਿੰਦਾ ਜੀ ਮੈਨੂੰ ਨਹੀਂ ਪਤਾ ਕਹਿੰਦਾ ਜੀ 3 ਸਾਲ ਪਹਿਲਾਂ ਵੀ ਮੈਂ ਉਹ ਤੋਂ ਆਹ ਸੂਟ ਬਣਵਾਇਆ ਸੀ ਅਤੇ ਹਜੇ ਤੱਕ ਉਹਨੇ ਮੈਨੂੰ ਬਿੱਲ ਨਹੀਂ ਭੇਜਿਆ ਹੈਗਾ ਅਤੇ ਮੈਂ ਉਹ ਤੋਂ ਇਹ ਸੂਟ ਸਟਿਚ ਕਰਵਾਇਆ। ਜਿਹੜਾ ਆਥਰ ਹੁੰਦਾ ਉਹ ਜਦ ਪੁੱਛਦਾ ਵਾ ਤਾਂ ਉਹ ਦੱਸਦਾ ਕਹਿੰਦਾ ਵੀ ਮੈਂ ਸੂਟ ਸਟਿਚ ਕਰਵਾਇਆ ਪਰ ਉਹਨੇ ਹਾਲੇ ਤੱਕ ਮੈਨੂੰ ਕਦੀ ਵੀ ਪੈਸੇ ਨਹੀਂ ਮੰਗੇ। ਤਾਂ ਜਿਹੜਾ ਰਾਈਟਰ ਆ ਉਹ ਤੋਂ ਪੁੱਛਦਾ ਵੀ ਤੁਸੀਂ ਮੈਨੂੰ ਪਲੀਜ਼ ਉਹ ਜਿਹੜਾ ਤੁਹਾਡਾ ਟੇਲਰ ਆ ਉਹਦਾ ਨੇਮ ਦੱਸ ਸਕਦੇ ਹੋ। ਤਾਂ ਉਹਦਾ ਨਾਮ ਦੱਸਦੇ ਆ। ਉਹਦਾ ਨਾਮ ਕੀ ਆ? ਉਹਦਾ ਨਾਮ ਹੈ ਐਲਫਨੋਸੋ ਕੈਟਰੇਸਾ ਵਾ ਉਸ ਪਰਸਨ ਦਾ ਨਾਮ ਸੀ ਜਿਹੜਾ ਕਿ ਕੀ ਆ ਇੱਕ ਫਲੋਰਾ 17 ਦੇ ਵਿੱਚ ਰਹਿੰਦਾ ਵਾ। ਤਾਂ ਜਿਹੜਾ ਆਥਰ ਆ ਉਹ ਟੇਲਰ ਨੂੰ ਲੱਭਣ ਦੇ ਵਾਸਤੇ ਕੋਸ਼ਿਸ਼ ਕਰਦਾ। ਉਹ ਸੋਚਦਾ ਵਾ ਵੀ ਕੀ ਆ ਵੀ ਮੈਂ ਉਹ ਟੇਲਰ ਨੂੰ ਲੱਭਾਂ ਅਤੇ ਉਹ ਟੇਲਰ ਕੋਲ ਜਾ ਕੇ ਉਹ ਵੀ ਆਪਣੇ ਕੱਪੜੇ ਸਿਉਵੇਂ ਕਿਉਂਕਿ ਉਹਨੂੰ ਇਹ ਆ ਵੀ ਉਹ ਫ੍ਰੀ 'ਚ ਹੀ ਸਿਉਂਦਾ ਵਾ ਕਿਉਂਕਿ ਉਹਨੇ 3 ਸਾਲ ਤੱਕ ਉਹ ਤੋਂ ਪੈਸੇ ਨਹੀਂ ਮੰਗੇ। ਤਾਂ ਇਸ ਦਾ ਮਤਲਬ ਕੀ ਆ ਵੀ ਉਹਨੇ ਵੀ ਉਹ ਤੋਂ ਪੈਸੇ ਨਹੀਂ ਮੰਗਣੇ। ਤਾਂ ਜਦੋਂ ਉਹ ਜਾਂਦਾ ਵਾ ਤਾਂ ਉਹ ਕੀ ਦੇਖਦਾ ਵੀ ਉਹ ਇੱਕ ਛੋਟੇ ਜਿਹੀ ਹਾਈਟ ਦਾ ਇੱਕ ਛੋਟਾ ਜਿਹਾ ਦਰਜੀ ਆ ਜਿਹਦੀ ਹਾਈਟ ਕੀ ਹੈ ਕਾਫੀ ਛੋਟੀ ਆ ਅਤੇ ਬੁੱਢਾ ਵਾ ਅਤੇ ਉਹਦੇ ਵਾਲ ਜਿਹੜੇ ਨੇ ਉਹ ਆਪਣੇ ਵਾਲਾਂ ਨੂੰ ਜਿਵੇਂ ਕਲਰ ਕਰਕੇ ਉਹਨੂੰ ਬਲੈਕ ਕਰਕੇ ਰੱਖਦਾ ਵਾ। ਤਾਂ ਉਹ ਦੱਸਦਾ ਵਾ ਵੀ ਉਹਨੇ ਵੀ ਇੱਕ ਸੂਟ ਜਿਹਾ ਬਣਵਾਉਣਾ ਦੇਵੇਗਾ। ਉਹ ਕਹਿੰਦਾ ਵੀ ਭਾਈ ਮੈਂ ਵੀ ਇੱਕ ਸੂਟ ਦੇਣਾ ਚਾਹੁੰਦਾ ਵਾ ਉਸ ਦਰਜੀ ਨੂੰ। ਉਹ ਉਹਨੂੰ ਦੱਸਦਾ ਵਾ ਅਤੇ ਜਿਹੜਾ ਦਰਜੀ ਆ ਉਹ ਜਿਹੜਾ ਕੱਪੜਾ ਵਾ ਉਹਨੂੰ ਕਹਿੰਦਾ ਵੀ ਚਲੋ ਠੀਕ ਆ ਤੁਸੀਂ ਉਹ ਚੂਜ਼ ਕਰੋ ਜਿਵੇਂ ਆਪਣੇ ਆਉਂਦੇ ਆ। ਤਾਂ ਉਸੇ ਤਰੀਕੇ ਨਾਲ ਉਹਦਾ ਜਿਹੜਾ ਐਸਟੀਮੇਟ ਜਾਂ ਉਹਦਾ ਮੇਜਰਮੈਂਟਸ ਉਹ ਲੈਂਦਾ ਵਾ ਅਤੇ ਉਹਦੀ ਫਿਟਿੰਗ ਦੀ ਜਾਂਚ ਕਰਨ ਤੋਂ ਬਾਅਦ ਉਹਨੂੰ ਕਹਿ ਦਿੰਦਾ ਵੀ ਭਾਈ ਠੀਕ ਆ ਵੀ ਮੈਂ ਤੁਹਾਡੇ ਜਿਹੜਾ ਕੱਪੜਾ ਵਾ ਜਾਂ ਜਿਹੜੇ ਵੀ ਸਟਿਚਿੰਗ ਹੋਈ ਉਹ ਕਰਕੇ ਤੁਹਾਨੂੰ ਘਰ ਭੇਜ ਦੂੰਗਾ। ਤਾਂ ਜਿਹੜਾ ਆਥਰ ਆ ਉਹਨੂੰ ਪੁੱਛਦਾ ਕਹਿੰਦਾ ਜੀ ਤੁਸੀਂ ਮੈਨੂੰ ਦੱਸੋ ਵੀ ਮੈਨੂੰ ਕੋਈ ਜਲਦੀ ਨਹੀਂ ਜਦੋਂ ਮਰਜ਼ੀ ਤੁਸੀਂ ਦੇ ਸਕਦੇ ਹੋ ਵੀ ਜਦੋਂ ਤੁਹਾਡਾ ਟਾਈਮ ਲੱਗੇਗਾ। ਤਾਂ ਜਿਹੜਾ ਉਹ ਬੰਦਾ ਵਾ ਉਹ ਕਹਿੰਦਾ ਵੀ ਮੈਂ ਚਲੋ 3 ਹਫ਼ਤੇ ਬਾਅਦ ਜਿਹੜਾ ਸੂਟ ਉਹ ਦੱਸਦਾ ਵਾ ਉਹਨੂੰ ਵੀ 3 ਹਫ਼ਤੇ ਬਾਅਦ ਤੁਹਾਡਾ ਸੂਟ ਜਿਹੜਾ ਵਾ ਉਹ ਮਿਲ ਜਾਏਗਾ। ਤਾਂ ਉਹ ਦੇਖਣ ਦੇ ਵਿੱਚ ਜਿਹੜਾ ਪਰਸਨ ਆ ਉਹਦੀ ਕਲਾਕ੍ਰਿਤੀ ਦੇਖਦਾ ਜਾਣੀ ਕਿ ਉਹ ਦੇਖਦਾ ਵੀ ਉਹ ਕਿਸ ਤਰੀਕੇ ਦਾ ਵਾ ਅਤੇ ਜਿਹੜਾ ਰਾਈਟਰ ਆ ਉਹ ਸੋਚਦਾ ਵੀ ਉਹਦਾ ਪਹਿਨਣ ਦਾ ਵੈਸੇ ਮਨ ਨਹੀਂ ਹੋਇਆ ਵੀ ਉਹਨੂੰ ਪਾਵੇ। ਕੁਝ ਹਫ਼ਤੇ ਬਾਅਦ ਜਿਹੜਾ ਹੋਇਆ ਵੀ ਉਹ ਜਿਹੜਾ ਪਹਿਨਣ ਦਾ ਉਹਨੇ ਫੈਸਲਾ ਕਰ ਲਿਆ ਕਿਉਂਕਿ ਹੁਣ ਜਿਹੜਾ ਸੂਟ ਸੀਗਾ ਉਹਨੂੰ 3 ਹਫ਼ਤੇ ਬਾਅਦ ਮਿਲ ਚੁੱਕਿਆ ਸੀ। ਤਾਂ ਉਹਨੇ ਸੋਚਿਆ ਵੀ ਚੱਲ ਮੈਂ 3 ਹਫ਼ਤੇ ਬਾਅਦ ਉਹਨੂੰ ਪਾਊਂਗਾ। ਜਦੋਂ ਉਹਨੇ ਸੋਚਿਆ ਪਹਿਲਾਂ ਤਾਂ ਉਹਦਾ ਮਨ ਨਹੀਂ ਹੋਇਆ ਫਿਰ ਇੱਕ ਦਿਨ ਉਹਨੇ ਪਾਇਆ। ਤਾਂ ਉਹ ਦੱਸਦਾ ਵਾ ਵੀ ਉਹ ਅਪ੍ਰੈਲ ਦਾ ਮੰਗਲਵਾਰ ਦਾ ਦਿਨ ਸੀ ਯਾਨੀ ਕਿ ਟਿਊਜ਼ਡੇ ਦਾ ਡੇ ਸੀ ਜਦੋਂ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀ। ਤਾਂ ਵਰਣਨਕਾਰ ਕਦੇ ਵੀ ਉਸਨੇ ਉਹ ਦਿਨ ਕਦੀ ਨਹੀਂ ਭੁੱਲ ਸਕਦਾ। ਉਹ ਕਹਿੰਦਾ ਵੀ ਮੈਂ ਕਦੇ ਵੀ ਨਹੀਂ ਭੁੱਲ ਸਕਦਾ ਵੀ ਮੈਂ ਆਪਣੇ ਦਫ਼ਤਰ ਦੇ ਵਿੱਚ ਗਿਆ ਤੁਹਾਨੂੰ ਸ਼ੋਅ ਹੋ ਰਿਹਾ ਵਾ। ਤਾਂ ਉਹ ਦਫ਼ਤਰ ਦੇ ਵਿੱਚ ਜਾਂਦਾ ਵਾ ਤਾਂ ਆਪਣੀ ਜੈਕਟ ਦੀ ਜੇਬ ਦੇ ਵਿੱਚ ਹੱਥ ਪਾਉਂਦਾ ਵਾ
ਤਾਂ ਉਸ ਨੂੰ ਕਾਗਜ਼ ਦਾ ਇੱਕ ਟੁਕੜਾ ਸੀ, ਉਹਦਾ ਇੱਕ ਦੇਖਦਾ ਵੀ ਉਹਦੇ ਵਿੱਚ ਇੱਕ ਪੀਸ ਸੀਗਾ ਜਿਹੜਾ ਸੀਗਾ, ਤੇ ਉਹ ਦੇਖ ਕੇ ਫਿਰ ਜਿਹੜਾ ਬਣਨਗਾ ਉਹ ਸੋਚਦਾ ਵਾ ਵੀ ਜਿਹੜਾ ਟੇਲਰ ਹੋਣਾ ਉਹਨਾਂ ਬਿੱਲ ਉਹਦੇ ਸੂਟ ਦੇ ਵਿੱਚ ਪਾਤਾ ਹੋਣਾ। ਜਦੋਂ ਉਹਨੇ ਉਹਨੂੰ ਬਾਹਰ ਕੱਢਿਆ ਤਾਂ ਉਹਨੂੰ ਕੀ ਦਿਖਦਾ ਵਾ ਵੀ ਉਹਦੇ ਵਿੱਚ 10,000 ਜਿਹੜੇ ਲੌਰਾ ਜਿਹੜੀ ਆ ਲਾਇਰਾ ਜਿਹੜੀ ਸੀਗੀ ਇੱਕ ਨੋਟ ਆ, ਜਾਣੀ ਕਿ ਕਰੰਸੀ ਆ ਕਿਸੇ ਕੰਟਰੀ ਦੀ, ਤਾਂ ਉਹ ਕੰਟਰੀ ਦੇ ਜਿਹੜੇ ਕਰੰਸੀ ਦੇ 10,000 ਦੇ ਨੋਟ ਜਿਹੜੇ ਉਹਦੀ ਪਾਕਟ ਦੇ ਵਿੱਚੋਂ ਨਿਕਲ ਆਉਂਦੇ ਆ। ਤਾਂ ਉਹ ਸੋਚਦਾ ਵੀ ਸ਼ਾਇਦ ਜਿਹੜਾ ਟੇਲਰ ਹੋਏਗਾ ਉਹ ਗਲਤੀ ਨਾਲ ਉਹਨੇ ਉਹਦੇ ਵਿੱਚ ਪਾਤੇ ਹੋਣੇ ਆ ਅਤੇ ਉਹ ਭੁੱਲ ਗਿਆ ਹੋਊਗਾ, ਅਤੇ ਉਸਨੇ ਉਹ ਦਰਜੀ ਨੂੰ ਚਿੱਠੀ ਲਿਖਣ ਲਈ ਆਪਣੀ ਸੈਕਟਰੀ ਨੂੰ ਵੀ ਕਿਹਾ, ਸ਼ੋਅ ਹੋ ਰਿਹਾ ਵੀ ਉਹ ਆਪਣੀ ਸੈਕਟਰੀ ਨੂੰ ਕਹਿੰਦਾ ਵਾ ਵੀ ਜਾਓ ਪਲੀਜ਼ ਉਹਨੂੰ ਬੁਲਾਓ ਜਾਂ ਉਹਨੂੰ ਇਹ ਲੈਟਰ ਲਿਖੋ। ਅਤੇ ਉਹ ਸੈਕਟਰੀ ਜਿਹੜੀ ਆਉਂਦੀ ਆ ਉਹ ਆਪਣੀ ਜੇਬ ਦੇ ਵਿੱਚ ਜਿਹੜਾ ਕਾਗਜ਼ ਦਾ ਟੁਕੜਾ ਹੁੰਦਾ ਉਹਨੂੰ ਫਿਰ ਮਹਿਸੂਸ ਹੋਇਆ, ਤਾਂ ਉਸ ਦਾ ਰੰਗ ਜਿਹੜਾ ਵਾ ਉਹ ਫਿਰ ਪੀਲਾ ਪੈ ਜਾਂਦਾ ਵੀ ਜਦੋਂ ਦੇਖਦਾ ਵਾ, ਫਿਰ ਜਦੋਂ ਉਹਨੂੰ ਬਾਹਰ ਕੱਢਦਾ ਵਾ। ਤਾਂ ਹੁਣ ਉਹ ਜਿਹੜੀ ਸੈਕਟਰੀ ਉੱਥੇ ਆ ਗਈ ਆ, ਤਾਂ ਜਿਹੜਾ ਵਰਣਨਕਾਰ ਆ ਉਹ ਫਿਰ ਖੁਦ ਐਂ ਕਹਿੰਦਾ ਵੀ ਮੈਨੂੰ ਇੱਦਾਂ ਲੱਗ ਰਿਹਾ ਵੀ ਮੈਂ ਅੱਜ ਅਨਕੰਫਰਟੇਬਲ ਜਿਹਾ, ਮੈਨੂੰ ਫੀਵਰ ਜਿਹਾ ਟਾਈਪ ਲੱਗ ਰਿਹਾ ਵਾ, ਵੀ ਪਲੀਜ਼ ਤੁਸੀਂ ਜਾ ਸਕਦੇ ਹੋ। ਤਾਂ ਜਿਹੜਾ ਵਰਣਨਕਾਰ ਆ ਉਹ ਸੋਚਦਾ ਵੀ ਮੈਨੂੰ ਥੋੜ੍ਹਾ ਜਿਹਾ ਕੀ ਆ, ਕਾਫੀ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਹੈ, ਕਿ ਪਤਾ ਥਕਾਵਟ ਕਰਕੇ ਇੱਦਾਂ ਹੋ ਰਿਹਾ ਹੋਵੇ, ਅਤੇ ਉਹ ਸੋਚਦਾ ਵੀ ਚਲੋ ਮੈਂ ਹੁਣ ਘਰ ਵਾਪਸ ਚਲਿਆ ਜਾਂਦਾ। ਅਤੇ ਉਹ ਪੱਤਰ ਜਿਹੜਾ ਵਾ ਉਹ ਥੋੜ੍ਹੀ ਦੇਰ ਬਾਅਦ ਜਿਹੜਾ ਵਾ ਉਹਨੂੰ ਲਿਖ ਦੇਵੇਗਾ, ਅਤੇ ਇਸ ਤੋਂ ਬਾਅਦ ਜਿਹੜਾ ਵਾ ਉਹ ਜਲਦੀ ਦੇ ਵਿੱਚ ਉਹ ਆਪਣੀ ਜੇਬ ਦੇ ਵਿੱਚ ਉਹ ਕਾਗਜ਼ ਦਾ ਟੁਕੜਾ ਜਿਹੜਾ ਵਾ ਉਹਨੂੰ ਕੱਢਦਾ ਵਾ, ਤਾਂ ਉਹ ਫਿਰ ਦੇਖਦਾ ਤਾਂ ਉਹਦੇ ਵਿੱਚ ਕੀ ਹੁੰਦਾ, ਫਿਰ ਇੱਕ 10,000 ਦਾ ਜਿਹੜਾ ਲੌਰਾ ਦਾ ਜਿਹੜਾ ਇੱਕ ਨੋਟ ਹੁੰਦਾ ਉਹ ਫਿਰ ਨਿਕਲ ਆਉਂਦਾ। ਤਾਂ ਉਹ ਤੀਸਰੀ ਵਾਰ ਫਿਰ ਹੱਥ ਪਾਉਂਦਾ ਤਾਂ ਜੇਬ ਦੇ ਵਿੱਚ ਫਿਰ ਉਹੀ ਨੋਟ ਨਿਕਲ ਆਉਂਦਾ। ਤਾਂ ਜਿਹੜਾ ਹੁਣ ਵਰਣਨਕਾਰ ਆ ਜਾਂ ਤੁਸੀਂ ਕਹਿ ਲਓ ਰਾਈਟਰ ਆ, ਉਹ ਆਪਣੇ ਘਰ ਜਾਂਦਾ ਵਾ, ਘਰ ਜਾਂਦੇ ਸਾਰਾ ਦਰਵਾਜ਼ਾ ਖੋਲ੍ਹਦਾ ਵਾ ਅਤੇ ਪਰਦੇ ਜਿਹੜੇ ਨੇ ਉਹ ਨੀਚੇ ਗਿਰਾ ਦਿੰਦਾ, ਅਤੇ ਗਿਰਾਉਣ ਤੋਂ ਬਾਅਦ ਜਿਹੜਾ ਉਹ ਉਹਦੇ ਸਾਹਮਣੇ ਜਿਹੜਾ ਨੋਟਾਂ ਦਾ ਢੇਰ ਲੱਗ ਜਾਂਦਾ। ਜਦੋਂ ਜੇਬ ਦੇ ਵਿੱਚ ਹੱਥ ਪਾਉਂਦਾ ਤਾਂ ਅਰਾਊਂਡ ਉਹਦੇ ਕੋਲ ਕਿੰਨਾ ਵਾ 55 ਮਿਲੀਅਨ ਜਿਹੜੇ ਲੌਰਨ ਨੇ ਉਹਦੇ ਕੋਲ ਆ ਜਾਂਦੇ ਆ। ਤਾਂ ਉਹ ਸੋਚਦਾ ਵੀ ਉਹ ਇੱਕ ਪੁਰਾਣਾ ਟਰੰਕ ਜਿਹੜਾ ਵਾ ਉਹਨੂੰ ਖਾਲੀ ਕਰਦਾ, ਅਤੇ ਸੋਚਦਾ ਵੀ ਜਿਹੜੇ ਪੈਸੇ ਨੇ ਉਹਦੇ ਵਿੱਚ ਪਾ ਦਾਂ। ਤਾਂ ਹੁਣ ਜਿਹੜੀ ਮਾਰਨਿੰਗ ਹੋ ਜਾਂਦੀ ਆ, ਤੁਹਾਨੂੰ ਪਿਕਚਰ ਸ਼ੋ ਹੋ ਰਹੀ ਆ, ਮਾਰਨਿੰਗ ਉਹ ਸੋ ਜਾਂਦਾ ਐਵੇਂ ਸੂਟ ਪਾ ਕੇ ਹੀ। ਤਾਂ ਉਹਦੀ ਜਿਹੜੀ ਮੇਡ ਆ ਉਹ ਆਉਂਦੀ ਆ ਅਤੇ ਉਹਨੂੰ ਕਹਿੰਦੀ ਆ ਵੀ ਤੁਸੀਂ ਆਪਣੇ ਬਿਸਤਰੇ ਦੇ ਵਿੱਚ ਹੀ, ਉਹਨੂੰ ਜਦੋਂ ਦੇਖਦੀ ਆ ਉਹ ਕਾਫੀ ਸਟਰੇਂਜ ਫੀਲ ਕਰਦੀ ਆ ਵੀ ਉਹ ਕੋਟ ਪਾ ਕੇ ਸੋ ਗਿਆ। ਅਤੇ ਫਿਰ ਉਹ ਤੋਂ ਪੁੱਛਦੀ ਆ ਵੀ ਤੁਸੀਂ ਅੱਜ ਰਾਤ ਮੈਨੂੰ ਲੱਗਦਾ ਵੀ ਜ਼ਿਆਦਾ ਪੀ ਲਈ ਹੋਣੀ ਆ, ਤੁਸੀਂ ਡਰਿੰਕ ਜ਼ਿਆਦਾ ਕਰ ਲਈ ਹੋਣੀ ਆ, ਤਾਂ ਕਰਕੇ ਤੁਸੀਂ ਆਪਣਾ ਜਿਹੜਾ ਸੂਟ ਆ ਜਾਂ ਤੁਸੀਂ ਕਹਿ ਦਿਓ ਵੀ ਜਿਹੜਾ ਤੁਸੀਂ ਉਹਨਾਂ ਨੇ ਕਲੋਥ ਪਾਏ ਹੋਏ ਸੀ, ਕੋਟ ਪੈਂਟ ਪਾਇਆ ਹੋਇਆ ਸੀ, ਵੀ ਸ਼ਾਇਦ ਉਹਨੂੰ ਤੁਸੀਂ ਉਤਾਰਨਾ ਹੀ ਭੁੱਲ ਗਏ। ਕਹਿੰਦੇ ਲਿਆਓ ਮੈਂ ਇਹਨੂੰ ਜਿਹੜਾ ਬੁਰਸ਼ ਆ ਉਹਨੂੰ ਮਾਰ ਕੇ ਉਹਨੂੰ ਕਲੀਨ ਕਰਕੇ ਫਿਰ ਉਹਨੂੰ ਬਾਹਰ ਰੱਖ ਦੂੰਗੀ, ਵੀ ਜੇ ਫਿਰ ਕਿਤੇ ਤੁਸੀਂ ਜਾਣਾ ਪਿਆ ਤਾਂ ਤੁਹਾਨੂੰ ਕੱਪੜੇ ਬਦਲਣ ਦਾ ਵੀ ਸਮਾਂ ਨਹੀਂ ਰਿਹਾ ਹੋਣਾ ਸੀ, ਵੀ ਲਿਆਓ ਮੈਨੂੰ ਆਹ ਕੱਪੜੇ ਦੇ ਦਿਓ ਵੀ ਮੈਂ ਇਹਨੂੰ ਧੋ ਲਿਆਉਂਦੀ ਹਾਂ। ਅਤੇ ਉਹ ਜਿਹੜਾ ਔਥਰ ਆ ਉਹਨੂੰ ਆਪਣਾ ਕੋਟ ਨਹੀਂ ਦਿੰਦਾ, ਕਿਉਂਕਿ ਹੁਣ ਕੋਟ ਕੀ ਆ, ਉਹਨੂੰ ਐਂ ਲੱਗਦਾ ਵੀ ਇਹ ਮੈਜੀਕਲ ਕੋਟ ਆ, ਵੀ ਜੇਕਰ ਮੈਂ ਉਹਦੇ ਪਾਕਟ ਦੇ ਵਿੱਚ ਹੱਥ ਪਾਉਣਾ ਤਾਂ ਡੇਲੀ 10-10 ਲੌਰਨ ਜਿਹੜੇ ਨੇ ਉਹ ਨਿਕਲਦੇ ਨੇ। ਤਾਂ ਉਹ ਕਹਿੰਦਾ ਵੀ ਚੱਲ ਮੈਂ ਉਹ ਸੋਚਦਾ ਵੀ ਮੈਂ ਫਿਰ ਉਹੀ ਦੁਕਾਨ 'ਤੇ ਜਾ ਕੇ ਇਸੇ ਤਰੀਕੇ ਦਾ ਇੱਕ ਹੋਰ ਸੂਟ ਖਰੀਦ ਲੈਂਦਾ, ਅਤੇ ਇਹਦੇ ਨਾਲ ਕੀ ਹੋਊਗਾ ਵੀ ਮੈਂ ਆਪਣੀ ਨੌਕਰਾਨੀ ਨੂੰ ਇਹ ਦਿਖਾ ਦੂੰਗਾ ਵੀ ਕਿਉਂਕਿ ਮੈਂ ਜੇਕਰ ਉਹਨੂੰ ਦੇਤਾ, ਕਿਤੇ ਉਹਨੂੰ ਪਤਾ ਲੱਗ ਗਿਆ ਵੀ ਇਹਦੀ ਪਾਕਟ ਦੇ ਵਿੱਚ ਪੈਸੇ ਨਿਕਲਦੇ ਆ, ਤਾਂ ਕਿਤੇ ਉਹੀ ਮੇਰਾ ਕੋਟ ਨਾ ਲੈ ਜਾਵੇ। ਤਾਂ ਉਹ ਸੋਚਦਾ ਵੀ ਮੈਂ ਸੇਮ ਇਹੋ ਜਿਹੇ ਤਰ੍ਹਾਂ ਦਾ ਕੋਟ ਜਿਹੜਾ ਵਾ ਉਹ ਸਟਿਚ ਕਰਵਾ ਲੂੰਗਾ, ਉਹ ਕੋਟ ਇਹਨੂੰ ਦੇ ਦਿਆ ਕਰੂੰਗਾ ਧੋਣ ਦੇ ਲਈ, ਅਤੇ ਆਹ ਕੋਟ ਕਿਤੇ ਲੁਕਾ ਦਿਆ ਕਰੂੰਗਾ। ਇਹ ਸੋਚ ਕੇ ਉਹ ਚਲਿਆ ਜਾਂਦਾ ਵਾ। ਅਤੇ ਜਦੋਂ ਹਰ ਸਵੇਰ ਦੇ ਵਿੱਚ ਜਿਵੇਂ ਉਹਦੇ ਕੋਲ ਕੀ ਹੁੰਦਾ ਵਾ, ਨਿਊਜ਼ਪੇਪਰ ਜਿਹੜਾ ਆਉਂਦਾ ਵਾ, ਤਾਂ ਉਹ ਸੋਚਦਾ ਵਾ ਵੀ ਹੁਣ ਮੈਂ ਇਹ ਜਿਹੜਾ ਓਵਰਕੋਟ ਜਿਹੜਾ ਉਹ ਦਿਖਾਇਆ ਗਿਆ ਤੁਹਾਨੂੰ ਵੀ ਕਿਸ ਤਰੀਕੇ ਨਾਲ ਉਹਦੇ ਪੇਪਰ ਕੋਟ ਨਿਕਲਦੇ ਆ, ਉਹ ਸਵੇਰੇ ਜਿਹੜਾ ਵਾ ਉਹਦੇ ਕੋਲ ਇੱਕ ਨਿਊਜ਼ਪੇਪਰ ਆਉਂਦਾ ਵਾ, ਤਾਂ ਉਹਦੇ ਵਿੱਚ ਇੱਕ ਜਿਹੜੀ ਨਿਊਜ਼ ਹੁੰਦੀ ਆ ਉਹ ਨਿਊਜ਼ ਦੇਖਦਾ ਵਾ, ਅਤੇ ਉਹਦੀ ਜਿਹੜੀ ਖੁਸ਼ੀ ਆ ਜਿਹੜੀ ਉਹ ਕੀ ਹੋ ਜਾਂਦੀ ਹੈ, ਕਾਫੀ ਜ਼ਿਆਦਾ ਕੀ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਰੀਜ਼ਨ ਵੀ ਉਹਨੂੰ ਇੱਕ ਖਬਰ ਮਿਲਦੀ ਆ ਵੀ ਇੱਕ ਬੈਂਕਸ ਦੇ ਵਿੱਚ ਕੀ ਹੋਇਆ ਵਾ, ਵੀ ਰੋਬਰੀ ਹੋਈ ਆ, ਅਤੇ ਰੋਬਰੀ ਦੇ ਵਿੱਚ ਕੀ ਹੋਇਆ ਵਾ 58 ਮਿਲੀਅਨ ਲੌਰ ਜਿਹੜੇ ਨੇ ਉਹ ਕਿਸੇ ਨੇ ਚੋਰੀ ਕਰ ਲਏ ਨੇ। ਜਦੋਂ ਇਹ ਬਾਰੇ ਪਤਾ ਲੱਗਦਾ ਵਾ ਅਤੇ ਉਹਦੇ 4 ਅਪਰਾਧੀ ਸੀ ਜਿਸ ਨੂੰ ਰੋਕਿਆ ਗਿਆ, ਅਤੇ ਉਹਦੇ ਵਿੱਚ ਇੱਕ ਬੰਦਾ ਜਿਹੜਾ ਸੀ ਉਹਨੂੰ ਮਾਰ ਦਿੱਤਾ ਗਿਆ। ਉਹ ਦੱਸਦੇ ਆ ਨਿਊਜ਼ ਦੇ ਵਿੱਚ ਵੀ ਕੀ ਆਉਂਦਾ ਵਾ ਵੀ ਉਹ ਡਕੈਤੀ ਦੇ ਵਿੱਚ 4 ਪਰਸਨ ਆਏ ਸੀ, 4 ਦੇ ਵਿੱਚੋਂ ਇੱਕ ਬੰਦੇ ਦੀ ਡੈਥ ਹੋ ਗਈ, ਅਤੇ 3 ਬੰਦੇ ਜਿਹੜੇ ਸੀ ਉਹ ਭੱਜ ਗਏ, ਅਤੇ ਉਹਨਾਂ ਦੇ ਕੋਲ ਜਿਹੜਾ ਸਾਰਾ ਪੈਸਾ ਉਹ ਲੈ ਗਏ, ਕਿੰਨੇ ਨੇ 58 ਮਿਲੀਅਨ ਲੌਰ। ਅਤੇ ਜਿਹੜਾ ਉਹ ਸੋਚਦਾ ਵਾ, ਉਹਨੂੰ ਯਾਦ ਆਉਂਦਾ ਵੀ ਉਹਨੇ ਵੀ ਕੱਲ੍ਹ ਜਿਹੜੇ ਪੈਸੇ ਕੱਢੇ ਸੀ ਉਹ ਵੀ 58 ਮਿਲੀਅਨ ਲੌਰ ਸੀਗੇ। ਤਾਂ ਉਹ ਸੋਚਦਾ ਵੀ ਥੋੜ੍ਹਾ ਜਿਹਾ ਮੁਸ਼ਕਿਲ ਦੇ ਵਿੱਚ ਪੈਂਦਾ, ਫਿਰ ਉਹ ਸੋਚਦਾ ਨਹੀਂ ਕੁਛ ਹੋਰ ਕੰਮ ਹੋਊਗਾ, ਤਾਂ ਉਹ ਫਿਰ ਸ਼ਾਮ ਨੂੰ ਉਸੇ ਕੰਮ 'ਤੇ ਲੱਗ ਜਾਂਦਾ ਵਾ। ਅਤੇ ਹੁਣ ਉਹ ਸੋਚਦਾ ਵੀ ਮੈਂ ਕੀ ਆ ਹੋਰ ਜ਼ਿਆਦਾ ਰਿਚੈਸਟ ਬਣ ਜਾ। ਤਾਂ ਇਸ ਵਾਰ ਜਿਹੜਾ ਵਾ ਉਹ ਕੀ ਆ ਉਹਦੇ ਉੱਤੇ ਪੂਰਾ ਵਰਕ ਕਰਦਾ, ਅਤੇ ਉਹਦੇ ਉੱਤੇ ਪ੍ਰੋਪਰ ਕੰਮ ਕਰਕੇ ਫਿਰ ਉਹ ਕੀ ਕਰਦਾ ਵਾ 135 ਮਿਲੀਅਨ ਜਿਹੜੇ ਲੌਰ ਨੇ ਉਹ ਪ੍ਰਾਪਤ ਕਰ ਲੈਂਦਾ। ਅਤੇ ਅਗਲੇ ਦਿਨ ਫਿਰ ਜਿਹੜੀ ਆ ਉਹਨੂੰ ਫਿਰ ਇੱਕ ਨਿਊਜ਼ਪੇਪਰ ਦੇ ਵਿੱਚ ਇੱਕ ਨਿਊਜ਼ ਆਉਂਦੀ ਆ। ਕੀ ਆਉਂਦੀ ਆ ਨਿਊਜ਼ ਦੇ ਵਿੱਚ ਫਿਰ ਲਿਖਿਆ ਹੁੰਦਾ ਵੀ ਕੀ ਆ, ਇਸ ਵਾਰ ਜਿਹੜਾ ਵਾ ਇੱਕ ਗੋਡਾਊਨ ਜਿਹੜਾ ਸੀ ਉਹਨੂੰ ਅੱਗ ਲੱਗ ਗਈ, ਅਤੇ ਉਹਦੇ ਅੱਗ ਲੱਗਣ ਕਰਕੇ ਉਹਦੇ ਵਿੱਚ 135 ਮਿਲੀਅਨ ਜਿਹੜੇ ਸੀਗੇ ਜਿਹੜੀ ਅਮਾਊਂਟ ਸੀਗੀ ਉਹ ਪੂਰੀ ਅੱਗ ਲੱਗ ਗਈ, ਅਤੇ ਉਹਦੇ ਵਿੱਚ 2 ਜਿਹੜੇ ਉਹਦੇ ਵਿੱਚ ਵਰਕਰ ਸੀਗੇ ਉਹ ਵੀ ਅੱਗ ਦੇ ਵਿੱਚ ਜਿਹੜਾ ਬੁਝਾਉਣ ਗਏ ਅਤੇ ਉਹ ਵੀ ਮਾਰੇ ਗਏ। ਅਤੇ ਜਦੋਂ ਹੁਣ ਉਹ ਸੋਚਦਾ ਵੀ ਜਿਹੜੀ ਉਹਦੀ ਜੇਬ ਆ, ਹੁਣ ਉਹਨੂੰ ਇਹ ਲੱਗਣ ਲੱਗ ਜਾਂਦਾ ਔਥਰ ਨੂੰ ਵੀ ਜਿਹੜੀ ਇਹਦੀ ਪਾਕਿਟ ਆ ਉਹ ਕੀ ਆ ਅਪਰਾਧਾਂ ਅਤੇ ਖੂਨ ਅਤੇ ਜਿਹੜੀ ਆ ਡੈਥ ਦੇ ਨਾਲ ਲੱਗੀ ਹੋਈ ਆ। ਉਹ ਆਪਣੇ ਆਪ ਨੂੰ ਉਹ ਸੋਚਦਾ ਵੀ
ਉਹਨੇ ਸੋਚਿਆ ਵੀ ਮੈਂ ਹੁਣ ਆਪ ਹੀ ਇਸ ਚੀਜ਼ ਦਾ ਗੁਨੇਗਾਰ ਹਾਂ, ਕਿਉਂਕਿ ਮੈਂ ਜੇਬ ਦੇ ਵਿੱਚ ਜਿੰਨੇ ਵੀ ਪੈਸੇ ਕੱਢਦਾ ਵਾਂ ਤਾਂ ਵੀ ਉਹਦੇ ਨਾਲ ਹੀ ਸਭ ਕੁਝ ਹੋ ਜਾਂਦਾ ਵਾ। ਫਿਰ ਉਹ ਸੋਚਦਾ ਵੀ ਕੋਈ ਨਹੀਂ, ਵੀ ਮੇਰਾ ਕੀ ਗੱਲ ਆ, ਮੈਂ ਕਿਹੜਾ ਕੋਈ ਚੋਰੀ ਕੀਤੀ ਆ। ਉਹ ਸੋਚਦਾ ਵੀ ਮੈਂ ਹੁਣ ਇਹਦਾ ਕੀ ਆਊਂਗਾ, ਇੱਕ ਬੰਗਲੋ ਲੈ ਲੂੰਗਾ ਵੱਡਾ ਸਾਰਾ, ਅੱਜ ਸ਼ੋਅ ਹੋ ਰਿਹਾ ਵੀ ਇੱਕ ਬੰਗਲੋ ਲੈ ਲੂੰਗਾ ਅਤੇ ਆਪਣੇ ਲਈ ਵੱਡੀ ਵੱਡੀ ਕਾਰਾਂ ਵੀ ਲੈ ਲੂੰਗਾ। ਤਾਂ ਇੱਕ ਸਵੇਰ ਜਦੋਂ ਉਹ ਇੱਕ ਬਿਲਡਿੰਗ ਦੇ ਕੋਲ ਆਉਂਦਾ ਤਾਂ ਉੱਥੇ ਕੀ ਦੇਖਦਾ, ਇੱਕ ਔਰਤ ਜਿਹੜੀ ਹੁੰਦੀ ਆ ਉਹਦੀ ਡੈਥ ਹੋ ਚੁੱਕੀ ਹੁੰਦੀ ਆ, ਅਤੇ ਜਿਹੜਾ ਲੇਖਕ ਹੁੰਦਾ ਉੱਥੇ ਕਈ ਸਾਲਾਂ ਤੱਕ ਰਹਿ ਰਿਹਾ ਸੀ, ਵੀ ਜਿਹੜਾ ਉਹ ਸੋਚਦਾ ਸੀ ਵੀ ਉਹ ਵੀ ਉੱਥੇ ਰਹਿ ਰਿਹਾ ਸੀ। ਤਾਂ ਉਹਨੇ ਸੋਚਿਆ ਵੀ ਉਹਦੀ ਆਤਮ ਹੱਤਿਆ ਹੋ ਗਈ ਸੀ। ਜਿਹੜੇ ਬੰਦੇ ਨੇ ਉਹਨੂੰ ਦੱਸਿਆ ਸੀ ਵੀ ਹਾਂ ਵੀ ਇਹ ਕੋਡ ਜਿਹੜਾ ਉੱਥੋਂ ਮਿਲਦਾ ਵਾ, ਤਾਂ ਉਹਨੇ ਆਪਣੇ ਆਪ ਹੀ ਸੁਸਾਈਡ ਕਰ ਲਿਆ। ਅਤੇ ਉਸਨੇ ਆਪਣੇ ਆਪ ਕਿਵੇਂ ਸੁਸਾਈਡ ਕੀਤਾ, ਉਹਨੇ 30,000 ਜਿਹੜੇ ਲਾਰਜ ਸੀਗੇ ਉਹ ਮਹੀਨਾਵਾਰ ਜਿਹੜੀ ਪੈਨਸ਼ਨ ਸੀਗੀ ਉਹ ਕਿਤੇ ਗਵਾ ਦਿੱਤੀ ਸੀਗੀ, ਅਤੇ ਜਿਹੜਾ ਆਥਰ ਸੀਗਾ ਉਹਨੇ ਉਨੀ ਹੀ ਜਿਹੜੀ ਅਮਾਊਂਟ ਸੀਗੀ ਉਹ ਆਪਣੀ ਜੈਕਟ ਦੇ ਵਿੱਚੋਂ ਪੈਸੇ ਦੇ ਥਰੂ ਕੱਢੀ ਸੀਗੀ। ਤਾਂ ਕਰਕੇ ਉਹ ਵੂਮਨ ਦੇ ਜਿਹੜਾ ਖਰਚਾ ਸੀਗਾ ਉਹ ਪੂਰਾ ਨਹੀਂ ਕਰ ਸਕਦੀ ਸੀ, ਅਤੇ 30,000 ਲਾਰਜ ਜਿਹੜੇ ਸੀਗੇ ਉਹਦੇ ਕਿਤੇ ਗੁੰਮ ਹੋ ਗਏ, ਜਾਂ ਤੁਸੀਂ ਕਹਿ ਦਿਓ ਵੀ ਕਿਸੇ ਨੇ ਲੁੱਟ ਲਏ। ਤਾਂ ਕਰਕੇ ਉਹਨੂੰ ਇਹ ਲੱਗਿਆ, ਹੁਣ ਉਹ ਆਥਰ ਸਮਝ ਗਿਆ ਵੀ ਜਿੰਨੇ ਵੀ ਉਹ ਪੈਸੇ ਕੱਢਦਾ ਵਾ ਅਤੇ ਉਹਦੇ ਨਾਲ ਕੀ ਕੀ ਹੁੰਦਾ ਵਾ, ਉਹਦਾ ਸਾਈਡ ਇਫੈਕਟ ਕੀ ਹੁੰਦਾ ਵਾ। ਅਗਲੇ ਦਿਨ ਦੇਖਣ ਨੂੰ ਮਿਲਦਾ ਕਿਤੇ ਨਾ ਕਿਤੇ ਉਨੇ ਰੁਪਏ ਦੀ ਹੀ ਚੋਰੀ ਹੋ ਜਾਂਦੀ ਆ। ਅਤੇ ਹੁਣ ਉਹ ਸੋਚਦਾ ਵੀ ਮੈਂ ਕੀ ਹਾਂ, ਮੈਂ ਹੀ ਕਿਸੇ ਨਾ ਕਿਸੇ ਦਾ ਕਾਤਿਲ ਹਾਂ, ਅਤੇ ਮੈਂ ਹੀ ਸਭ ਨੂੰ ਸਾਰੀਆਂ ਚੀਜ਼ਾਂ ਦਾ ਜਿਹੜਾ ਗੁਨਹਗਾਰ ਹਾਂ ਉਹ ਮੈਂ ਹੀ ਹਾਂ। ਤਾਂ ਉਹ ਕੀ ਸੋਚਦਾ ਵੀ ਹੁਣ ਉਹ ਆਪਣੀ ਕਾਰ ਨੂੰ ਇੱਕ ਜਗ੍ਹਾ ਲੈ ਕੇ ਜਾਂਦਾ, ਇੱਕ ਪਹਾੜੀ ਦੇ ਵਿੱਚ ਲੈ ਜਾਂਦਾ, ਅਤੇ ਉੱਥੇ ਜਾ ਕੇ ਉਹ ਕੀ ਆ ਉਹਨੂੰ ਜਲਾ ਕੇ ਉਹਨੂੰ ਸੁਆਹ ਕਰ ਦਿੰਦਾ ਵਾ, ਅਤੇ ਉਹਦੀਆਂ ਲਾਟਾਂ ਜਿਹੜੀਆਂ ਨੇ ਉਹ ਸ਼ਾਂਤ ਹੋ ਜਾਂਦੀਆਂ ਨੇ। ਤਾਂ ਉੱਥੇ ਇੱਕ ਜਿਹੜਾ ਆਦਮੀ ਆ ਉਹਦੀ ਆਵਾਜ਼ ਸੁਣਦਾ ਵਾ, ਅਤੇ ਉਹ ਹੁਣ ਬਹੁਤ ਦੇਰ ਹੋ ਚੁੱਕੀ ਸੀਗੀ। ਤਾਂ ਕਰਕੇ ਜਿਹੜਾ ਵਰਣਨਕਾਰ ਆ, ਜਾਂ ਫਿਰ ਕਹਿ ਦਿਓ ਵੀ ਆਥਰ ਜਿਹੜਾ ਵਾ, ਉਹਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਉਹ ਪਰਸਨ ਕੌਣ ਸੀਗਾ ਅਤੇ ਉਹ ਕਿਸ ਤਰੀਕੇ ਨਾਲ ਦਿਖਦਾ ਸੀਗਾ। ਅਤੇ ਹੁਣ ਫਿਰ ਉਹ ਇੱਕ ਖੁਸ਼ ਵੀ ਸੀ ਵੀ ਉਹਦਾ ਜਿਹੜਾ ਜੈਕਟ ਸੀਗਾ ਉਹ ਤੋਂ ਉਹਨੂੰ ਛੁਟਕਾਰਾ ਮਿਲ ਚੁੱਕਿਆ, ਕਿਉਂਕਿ ਉਹ ਹੁਣ ਉਹ ਜੈਕਟ ਉਹਦੇ ਕੋਲ ਰਹੇਗੀ ਨਹੀਂ, ਤਾਂ ਉਹ ਨਵੇਂ ਪਾਕਟਸ ਦੇ ਵਿੱਚ ਪੈਸੇ ਨਹੀਂ ਕੱਢੇਗਾ। ਤਾਂ ਇਹ ਚੀਜ਼ ਸੋਚਦਾ ਵਾ, ਕਹਿੰਦਾ ਵੀ ਹੁਣ ਮੈਂ ਪੂਰੀ ਤਰ੍ਹਾਂ ਫ੍ਰੀ ਹੋ ਚੁੱਕਿਆ ਵਾਂ। ਅਤੇ ਉਹ ਵਾਪਸ ਆ ਕੇ ਕੀ ਵੇਖਦਾ ਵਾ, ਜਿਹੜੀਆਂ ਉਹਦੀਆਂ ਕਾਰਾਂ ਅਤੇ ਜਿਹੜੇ ਉਹਨੇ ਬੰਗਲੋ ਖਰੀਦਿਆ ਸੀ, ਈਵਨ ਉਹਦਾ ਬੈਂਕ ਅਕਾਊਂਟ ਜਿਹੜਾ ਸੀਗਾ ਉਹ ਸਾਰਾ ਬੈਲੈਂਸ ਜਿਹੜਾ ਸੀ ਉਹ ਗਾਇਬ ਹੋ ਚੁੱਕਿਆ। ਅਤੇ ਜਿਹੜਾ ਉਹਦੇ ਪੁਰਾਣਾ ਜਿਹੜਾ ਟਰੰਕ ਸੀਗਾ ਜਿਹਦੇ ਵਿੱਚ ਉਹਨੇ ਕੁਛ ਪੈਸੇ ਰੱਖੇ ਸੀ, ਉਹ ਸਾਰੇ ਕੀ ਸੀਗੇ, ਬਿਲਕੁਲ ਧੂੜ ਬਣ ਚੁੱਕੇ ਸੀਗੇ। ਅਤੇ ਹੁਣ ਉਹ ਕਾਫੀ ਜ਼ਿਆਦਾ ਉਦਾਸ ਸੀਗਾ ਅਤੇ ਪਰੇਸ਼ਾਨ ਸੀਗਾ ਵੀ ਉਹ ਕਿਸ ਤਰੀਕੇ ਨਾਲ ਇਹ ਚੀਜ਼ਾਂ ਕਰੇ, ਅਤੇ ਨਾ ਹੀ ਉਹਦਾ ਕੋਈ ਗਵਾਹ ਸੀਗਾ ਵੀ ਉਹਦੇ ਕੋਲ ਇੰਨੇ ਪੈਸੇ ਸੀ। ਹੁਣ ਉਹ ਲਗਾਤਾਰ ਉਹਦੇ ਮਨ ਦੇ ਵਿੱਚ ਡਰ ਬੈਠਦਾ ਜਾ ਰਿਹਾ ਸੀ ਵੀ ਕਿਤੇ ਉਹ ਦਰਜੀ ਆਊਗਾ ਅਤੇ ਫਿਰ ਉਹ ਆਪਣਾ ਬਿੱਲ ਮੰਗੂਗਾ, ਅਤੇ ਫਿਰ ਮੈਂ ਉਹਦੇ ਬਿੱਲ ਦੇ ਪੈਸੇ ਵੀ ਕਿਵੇਂ ਚੁਕਾਊਂਗਾ, ਕਿਉਂਕਿ ਹੁਣ ਉਹਦੇ ਕੋਲ ਪੈਸੇ ਵੀ ਨਹੀਂ ਰਹੇ, ਸਾਰੇ ਪੈਸੇ ਕੀ ਹੋ ਚੁੱਕੇ ਸੀ, ਮਿੱਟੀ ਬਣ ਚੁੱਕੇ ਸੀ। ਇਹ ਸੀ ਸਟੋਰੀ ਦੀ ਵੀ ਵਿੱਚ ਜੈਕਟ। ਆਈ ਹੋਪ ਤੁਹਾਨੂੰ ਪਸੰਦ ਆਈ ਹੋਊਗੀ। ਹੁਣ ਅਸੀਂ ਇਹਦੇ ਜਿਹੜੇ ਕੁਐਸਚਨ ਆਨਸਰਸ ਨੇ ਉਹਨਾਂ ਬਾਰੇ ਡੀਲ ਕਰਾਂਗੇ ਅਤੇ ਉਹਦੇ ਬਾਰੇ ਸਮਝਾਂਗੇ। ਦੇਖੋ ਜੀ, ਫਸਟ ਕੁਐਸਚਨ ਹੈਗਾ, ਹੂ ਡਿਡ ਦੀ ਆਥਰ ਮੀਟ ਐਟ ਦੀ ਪਾਰਟੀ। ਪਾਰਟੀ ਦੇ ਵਿੱਚ ਲੇਖਕ ਨੂੰ ਕਿਸ ਨੂੰ ਮਿਲਿਆ? ਆਂਸਰ ਹੈ ਹੀ ਮੈਟ ਟੂ ਦੀ ਮੈਨ ਹੂ ਲੁੱਕ ਟੂ ਦੀ ਹੈਂਡਸਮ ਬਿਕੋਜ਼ ਆਫ ਹਿਸ ਕਲੋਥਸ। ਦੀ ਮੈਨ ਵਾਜ਼ ਅਬਾਊਟ 40 ਈਅਰਸ ਓਲਡ। ਕਹਿੰਦੇ ਵੀ ਜਿਹੜਾ ਆਥਰ ਸੀਗਾ ਉਹ ਉੱਥੇ ਇੱਕ ਬੰਦੇ ਨੂੰ ਮਿਲਿਆ ਜਿਹੜਾ ਕਿ ਆਪਣੇ ਕੱਪੜਿਆਂ ਦੇ ਕਰਕੇ ਬਹੁਤ ਜ਼ਿਆਦਾ ਸੁੰਦਰ ਲੱਗ ਰਿਹਾ ਸੀ, ਅਤੇ ਉਹਦੀ ਜਿਹੜੀ ਏਜ ਸੀਗੀ ਉਹ 40 ਈਅਰਸ ਓਲਡ ਸੀ, ਯਾਨੀ ਕਿ ਉਹ 40 ਸਾਲਾਂ ਦਾ ਬੰਦਾ ਸੀ। ਨੈਕਸਟ ਹੈਗਾ ਵਾ, ਵਾਈ ਵਾਜ਼ ਟੂ ਦੀ ਆਥਰ ਇੰਪ੍ਰੈਸਡ ਬਾਈ ਦੀ ਮੈਨ ਹੀ ਮੈਟ ਐਟ ਟੂ ਦੀ ਪਾਰਟੀ। ਵੀ ਜਿਹੜਾ ਆਥਰ ਸੀਗਾ ਉਹ ਕਿਉਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਜਦੋਂ ਉਹ ਜਿਹੜਾ ਉਸ ਬੰਦੇ ਨੂੰ ਮਿਲਿਆ ਜਿਹੜਾ ਉਹ ਪਾਰਟੀ ਦੇ ਵਿੱਚ ਆਇਆ ਸੀ। ਆਨਸਰ ਹੈ ਦੀ ਮੈਨ ਲੁਕਡ ਹੈਂਡਸਮ ਬਿਕੋਜ਼ ਆਫ ਹਿਸ ਕਲੋਥ ਹੀ ਸੀਮਸਡ ਟੂ ਬੀ ਅ ਜੈਂਟਲ ਪਰਸਨਸ ਦੈਟ ਵਾਜ਼ ਵਾਈ ਦੀ ਆਥਰ ਵਾਜ਼ ਇੰਪ੍ਰੈਸਡ ਬਾਈ ਹਿਮ। ਕਹਿੰਦੇ ਜਿਹੜਾ ਬੰਦਾ ਸੀਗਾ ਉਹ ਦੇਖਣ ਦੇ ਵਿੱਚ ਬਹੁਤ ਸੁੰਦਰ ਲੱਗਦਾ ਸੀ ਸਿਰਫ ਆਪਣੇ ਕੱਪੜਿਆਂ ਕਰਕੇ, ਅਤੇ ਉਹ ਦੇਖਣ ਦੇ ਵਿੱਚ ਇੱਕ ਜੈਂਟਲਮੈਨ ਦੀ ਤਰ੍ਹਾਂ ਲੱਗਦਾ ਸੀਗਾ, ਇੱਕ ਆਦਰਸ਼ ਜਾਂ ਭਲਾ ਮਾਨਸ ਲੱਗਦਾ ਸੀ। ਤਾਂ ਕਰਕੇ ਜਿਹੜਾ ਆਥਰ ਸੀ ਉਹ ਤੋਂ ਬਹੁਤ ਜ਼ਿਆਦਾ ਇੰਪ੍ਰੈਸਡ ਹੋਇਆ। ਨੈਕਸਟ ਹੈਗਾ, ਵਾਈ ਡਿਡ ਦੀ ਆਥਰ ਗੈਟ ਹਿਜ਼ ਸੂਟ ਮੇਡ। ਵੀ ਜਿਹੜਾ ਆਥਰ ਸੀਗਾ ਉਹਨੇ ਆਪਣਾ ਜਿਹੜਾ ਸੂਟ ਸੀਗਾ ਉਹ ਕਿੱਥੋਂ ਬਣਵਾਇਆ? ਆਨਸਰ ਹੈ ਹੀ ਗੋਟ ਇਟ ਬਾਈ ਦੀ ਟੇਲਰ ਨੇਮ ਦੀ ਐਲਫਨੀਸੋ ਕੈਟਰੇਲੇਸੇਲੀਆ। ਵੀ ਉਹਨੇ ਇੱਕ ਜਿਹੜਾ ਟੇਲਰ ਸੀਗਾ ਐਲਫਨੀਸੋ ਕੈਟਰੇਲੀਆ ਤੋਂ ਬਣਵਾਇਆ ਸੀਗਾ। ਦੀ ਟੇਲਰ ਵਾਜ਼ ਲੀਵਡ ਇਨ ਟੂ ਦੀ ਬਾਏ ਫਿਲੋਰਾ 17। ਉਹ ਫਿਲੋਰਾ 17 ਦੇ ਵਿੱਚ ਉਹ ਆਥਰ ਜਿਹੜਾ ਸੀ ਰਹਿੰਦਾ ਸੀ, ਜਾਂ ਟੇਲਰ ਰਹਿੰਦਾ ਸੀ। ਨੈਕਸਟ ਹੈਗਾ ਵਾ, ਬਾਈ ਵਾਜ਼ ਟੂ ਦੀ ਆਥਰ ਨਾਟ ਕੀਨ ਟੂ ਬੀ ਬੀਅਰ ਦੀ ਸੂਟ। ਵੀ ਜਿਹੜਾ ਆਥਰ ਸੀਗਾ ਉਹ ਕਿਉਂ ਨਹੀਂ ਚਾਹੁੰਦਾ ਸੀ ਵੀ ਉਹ ਆਪਣਾ ਸੂਟ ਪਾਵੇ? ਆਨਸਰ ਹੈ ਦੀ ਆਥਰ ਡਿਡ ਨਾਟ ਨੋ ਦੀ ਵਾਈ ਆਫ ਇਟ ਵਾਜ਼ ਓਨਲੀ ਦੀ ਇਨਰ ਫੀਲਿੰਗ ਹੀ ਡਿਡ ਨਾਟ ਫੀਲ ਲਾਈਕ ਟੂ ਦੀ ਬੀਅਰਿੰਗ ਦੀ ਸੂਟ। ਕਹਿੰਦੇ ਵੀ ਜਿਹੜਾ ਆਥਰ ਸੀਗਾ ਉਹਨੂੰ ਵੀ ਨਹੀਂ ਪਤਾ ਸੀ ਵੀ ਉਹ ਕਿਉਂ ਐਵੇਂ ਚਾਹੁੰਦਾ ਸੀ ਵੀ ਉਹ ਇਹ ਸੂਟ ਕਿਉਂ ਨਾ ਪਾਵੇ। ਉਹ ਸਾਰੀਆਂ ਜਿਹੜੀਆਂ ਸੀ ਉਹਦੇ ਅੰਦਰਲੀ ਇੱਕ ਭਾਵਨਾ ਸੀਗੀ ਜਿਹਦੇ ਕਰਕੇ ਉਹ ਸੂਟ ਨਹੀਂ ਪਾਉਂਦਾ ਸੀ, ਅਤੇ ਇਸ ਕਰਕੇ ਉਹਦਾ ਦਿਲ ਨਹੀਂ ਕਰ ਰਿਹਾ ਸੀ ਵੀ ਉਹ ਸੂਟ ਨੂੰ ਜਿਹੜਾ ਵਾ ਉਹ ਪਾਵੇ। ਫਿਫਥ ਕੁਐਸਚਨ ਆ, ਵਟ ਡਿਡ ਦੀ ਆਥਰ ਫਾਈਂਡ ਟੂ ਦੀ ਰਾਈਟ ਪਾਕਟ ਆਫ ਦੀ ਜੈਕਟ ਵਟ ਹੈਪਨਡ ਆਫਟਰ ਦੈਟ। ਜਿਹੜਾ ਆਥਰ ਸੀਗਾ ਉਹਨੇ ਆਪਣੀ ਸੱਜੀ ਪਾਕਟ, ਜੈਕਟ ਦੀ ਸੱਜੀ ਪਾਕਟ ਦੇ ਵਿੱਚ ਕੀ ਲੱਭਿਆ ਅਤੇ ਉਹਨੇ ਉਸ ਤੋਂ ਬਾਅਦ ਕੀ ਕੀਤਾ?
ਤੇ ਉਹਨੇ ਉਹਦਾ ਕੀ ਕੀਤਾ? ਆਨਸਰ ਹੈ ਹੀ ਫਾਊਂਡ देयर ਵਾਸ ਦੀ 10,000 ਲੋਰਾ ਨੋਟ, ਵੀ ਇੱਕ ਲੋਰਾ ਦੇ ਜਿਹੜੇ ਨੋਟ ਸੀਗੇ ਉਹਨੇ ਉਹਨੂੰ ਪਾਇਆ। ਤੇ he thought that the tailor might have to be put in there and to the forgotten about, ਕਹਿੰਦੇ ਵੀ ਉਹਨੇ ਸੋਚਿਆ ਵੀ ਸ਼ਾਇਦ ਜਿਹੜਾ ਟੇਲਰ ਆ ਉਹ ਕੱਪੜੇ ਸਿਉਂਦਾ ਸਿਉਂਦਾ ਉਹਨੇ ਪੈਸੇ ਜਿਹੜੇ ਨੇ ਉਹਦੇ ਵਿੱਚ ਪਾਤੇ ਤੇ ਉਹਨੂੰ ਪਾ ਕੇ ਭੁੱਲ ਗਿਆ। ਬਟ ਦੈਨ ਹੀ ਪੁੱਟ ਹਿਜ਼ ਹੈਂਡ ਇਨਟੂ ਦੀ ਪੋਕਟ ਅਗੇਨ, ਜਦੋਂ ਉਹਨੇ ਆਪਣਾ ਦੁਬਾਰਾ ਹੱਥ ਆਪਣੇ ਪਾਕਟ ਦੇ ਵਿੱਚ ਪਾਇਆ, ਦਿਸ ਟਾਈਮ ਹੀ ਫਾਊਂਡ ਟੂ ਦੀ ਅਨਦਰ 10,000 ਲਾਇਰੀਆ ਹੀ ਟਰਨਸ ਐਸ ਟੂ ਦੀ ਪਿਲਸ ਐਜ਼ ਏ ਡੈਥ। ਕਹਿੰਦੇ ਵੀ ਜਿਹੜਾ ਉਹ ਆਥਰ ਸੀਗਾ ਜਦੋਂ ਉਹਨੇ ਦੁਬਾਰਾ ਦੂਸਰੀ ਵਾਰ ਜਦੋਂ ਹੱਥ ਪਾਇਆ ਤਾਂ ਫਿਰ ਉਹਦੇ ਵਿੱਚ 10,000 ਲਾਇਰਾ ਜਿਹੜੇ ਸੀਗਾ ਨੋਟ ਉਹ ਨਿਕਲ ਆਇਆ, ਤਾਂ ਹੁਣ ਉਹ ਇੱਕ ਮਰੇ ਹੋਏ ਆਦਮੀ ਦੀ ਤਰ੍ਹਾਂ ਜਿਹੜਾ ਸੀਗਾ ਉਹ ਯੈਲੋ ਹੋ ਚੁੱਕਿਆ ਸੀਗਾ। ਨੈਕਸਟ ਹੈਗਾ ਵਾ ਵਾਈ ਡਿਡ ਦੀ ਆਥਰ ਨਾਟ ਰਿਟਰਨ ਦੀ ਮਨੀ ਟੂ ਦੀ ਟੇਲਰ, ਵੀ ਜਿਹੜਾ ਆਥਰ ਸੀਗਾ ਉਹਨੇ ਪੈਸੇ ਕਿਉਂ ਨਹੀਂ ਵਾਪਸ ਕੀਤੇ ਉਸ ਦਰਜੀ ਦੇ। ਆਨਸਰ ਦੀ ਆਥਰ ਸੂਨ ਰਿਅਲਾਈਜ਼ ਦੈਟ ਦੀ ਮਨੀ ਡਿਡ ਨਾਟ ਟੂ ਬਿਲੋਂਗਸ ਟੂ ਦੀ ਟੇਲਰ, ਵੀ ਜਿਹੜਾ ਆਥਰ ਸੀਗਾ ਉਹ ਜਲਦੀ ਹੀ ਰਿਅਲਾਈਜ਼ ਕਰ ਗਿਆ ਵੀ ਇਹ ਪੈਸੇ ਜਿਹੜੇ ਨੇ ਉਸ ਟੇਲਰ ਦੇ ਨਹੀਂ ਹੈਗੇ। ਦੇਅਰ ਵਾਸ ਟੂ ਦੀ ਸਮਥਿੰਗ ਮੈਜੀਕਲ ਅਬਾਊਟ ਟੂ ਦੀ ਜੈਕਟ, ਵੀ ਇਹ ਸਾਰਾ ਕੀ ਹੈ ਇੱਕ ਜਾਦੂ ਆ ਉਸ ਜੈਕਟ ਦਾ। Every time he put his hand into the right pocket, he found there was to the banknote of 10,000 lira. Thus, there was the no questions of the returning the ਮਨੀ ਟੂ ਦੀ ਟੇਲਰ। ਕਹਿੰਦੇ ਵੀ ਉਹਨੇ ਜਦੋਂ ਵੀ ਉਹਨੂੰ ਇਹ ਲੱਗਿਆ ਵੀ ਇਹ ਕੀ ਆ, ਇਹ ਜਾਦੂ ਜੀ ਜੈਕਟ ਆ, ਜਾਦੂ ਵਾਲਾ ਜੈਕਟ ਆ, ਵੀ ਜਦੋਂ ਵੀ ਉਹ ਆਪਣਾ ਸੱਜਾ ਹੱਥ ਉਸ ਪਾਕਟ ਦੇ ਵਿੱਚ ਪਾਉਂਦਾ ਸੀ ਤਾਂ ਉਹਦੇ ਵਿੱਚ ਇੱਕ ਬੈਂਕ ਦਾ ਵੱਡਾ ਸਾਰਾ 10,000 ਦਾ ਲਾਰੀਆ ਦਾ ਨੋਟ ਨਿਕਲ ਆਉਂਦਾ ਸੀ, ਤਾਂ ਇਸ ਕਰਕੇ ਉਹਨੂੰ ਕੋਈ ਵੀ ਕੁਐਸਚਨ ਨਹੀਂ ਸੀਗਾ ਵੀ ਉਹ ਪੈਸੇ ਉਸ ਟੇਲਰ ਦੇ ਨੇ ਤੇ ਉਹਨੂੰ ਰਿਟਰਨ ਕਰਨੇ ਚਾਹੀਦੇ ਆ। ਨੈਕਸਟ ਹੈਗਾ ਵਾ ਵਟ ਡਿਡ ਦੀ ਆਥਰ ਡੂ ਆਫਟਰ ਦੀ ਕਮਿੰਗ ਹੋਮ, ਜਦੋਂ ਉਹ ਘਰ ਦੇ ਵਿੱਚ ਵਾਪਸ ਆਇਆ ਤਾਂ ਉਹਨੇ ਕੀ ਕਰਨ ਲੱਗਿਆ? ਦੀ ਆਥਰ ਸ਼ਟ ਦੀ ਡੋਰਸ ਐਂਡ ਲੋਅਰਡ ਦੀ ਬਲਾਈਂਡਸ, ਹੀ ਸਟਾਰਟਡ ਟੇਕਿੰਗ ਆਊਟ ਦੀਆਂ ਨੋਟਸ ਫਰੋਮ ਹਿਜ਼ ਜੈਕਟ। ਜਿਹੜਾ ਆਥਰ ਸੀਗਾ ਉਹਨੇ ਕੀ ਕੀਤਾ ਵੀ ਜਿਹੜਾ ਉਹ ਪਰਸਨ ਸੀਗਾ ਉਹਨੇ ਕੀ ਕੀਤਾ, ਦਰਵਾਜ਼ੇ ਬੰਦ ਕੀਤੇ, ਪਰਦੇ ਨੂੰ ਨੀਚੇ ਸਿੱਟਿਆ ਤੇ ਉਹਨੇ ਜੈਕਟ ਦੇ ਵਿੱਚੋਂ ਜਿਹੜੇ ਨੋਟ ਕੱਢਣੇ ਆ ਉਹ ਸ਼ੁਰੂ ਕਰ ਦਿੱਤੇ। ਦੀ ਪੋਕਟ ਵਾਜ਼ ਨੈਵਰ ਐਮਟੀ, ਵੀ ਜਿਹੜਾ ਉਹਦੀ ਜੇਬ ਸੀਗੀ ਉਹ ਕਦੀ ਵੀ ਖਾਲੀ ਨਹੀਂ ਹੋਈ। ਦੇਅਰ ਵਾਜ਼ ਟੂ ਦੀ ਹਿਪ ਆਫ ਟੂ ਦੀਆਂ ਨੋਟਸ, ਉਹਦੇ ਕੋਲ ਜਿਹੜਾ ਨੋਟਾਂ ਦਾ ਇੱਕ ਢੇਰ ਜਿਹਾ ਲੱਗ ਗਿਆ। ਦੀ ਆਥਰ ਕਾਊਂਟ ਦੈਮ, ਜਿਹੜਾ ਆਥਰ ਸੀਗਾ ਉਹਨੂੰ ਗਿਣਨ ਲੱਗਿਆ। ਦੇਅਰ ਵਾਜ਼ ਟੂ ਦੀ 58 ਮਿਲੀਅਨ ਲਾਰੇ, ਉਹਦੇ ਕੋਲ 58 ਮਿਲੀਅਨ ਲਾਰੇ ਜਿਹੜੇ ਸੀਗੇ ਉਹ ਮਿਲੇ। ਹੀ ਹਾਈਡ ਦੈਮ ਇਨ ਐਂਡ ਦੀ ਓਲਡ ਟਰੰਕ, ਤੇ ਉਹਨੇ ਸਾਰੀਆਂ ਚੀਜ਼ਾਂ ਜਿਹੜੇ ਸਾਰੇ ਪੈਸੇ ਸੀ ਉਹਨੂੰ ਚੱਕ ਕੇ ਆਪਣੇ ਇੱਕ ਪੁਰਾਣੇ ਟਰੰਕ ਦੇ ਵਿੱਚ ਲੁਕੋ ਦਿੱਤੇ। 8th ਕੁਐਸਚਨ ਆ ਵਾਈ ਡਿਡ ਦੀ ਆਥਰ ਬਾਏ ਅਨਦਰ ਸੂਟ, ਵੀ ਜਿਹੜਾ ਆਥਰ ਸੀਗਾ ਉਹਨੇ ਦੂਜਾ ਸੂਟ ਕਿਉਂ ਬਾਏ ਕੀਤਾ? ਆਨਸਰ ਹੈ ਦੀ ਆਥਰ ਡਿਡ ਨਾਟ ਵਾਂਟ ਹਿਜ਼ ਮੇਡ ਟੂ ਨੋ ਆਫ ਦੀ ਵਿਚਡ ਜੈਕਟ, ਵੀ ਜਿਹੜਾ ਆਥਰ ਸੀਗਾ ਉਹਨੇ ਇਹ ਨਹੀਂ ਚਾਹੁੰਦਾ ਸੀ ਵੀ ਜਿਹੜੀ ਉਹਦੀ ਨੌਕਰਾਣੀ ਆ ਉਹਨੂੰ ਇਹ ਪਤਾ ਲੱਗੇ ਵੀ ਇਹ ਸਾਰਾ ਜੈਕਟ ਕੀ ਆ, ਇੱਕ ਜਾਦੂ ਵਾਲਾ ਜੈਕਟ ਆ। ਸੋ ਹੀ ਬਾਊਟ ਅਨਦਰ ਸੂਟ ਆਫ ਦੀ ਸੇਮ ਕਾਈਂਡ, ਉਹਨੇ ਸੋਚਿਆ ਵੀ ਮੈਂ ਇਸੇ ਤਰ੍ਹਾਂ ਦਾ ਇੱਕ ਸੇਮ ਜਿਹੜਾ ਸੂਟ ਆ ਉਹਨੂੰ ਖਰੀਦੂੰਗਾ। ਹੀ ਲੈਫਟ ਇਟ ਟੂ ਦੀ ਕੇਅਰ ਆਫ ਟੂ ਦੀ ਮੇਡ, ਕਹਿੰਦਾ ਤਾਂ ਜੋ ਕੀ ਆ ਵੀ ਉਹ ਉਹਦੀ ਨੌਕਰਾਣੀ ਉਹਦੀ ਦੇਖ ਰੇਖ ਕਰਨ ਦੀ ਉਹਨੂੰ ਛੱਡ ਸਕੇ। ਨੈਕਸਟ ਕੁਐਸਚਨ ਹੈ ਵਟ ਡਿਡ ਦੀ ਆਥਰ ਡੂ ਵਿਦ ਦੀ ਮਨੀ, ਵੀ ਜਿਹੜਾ ਆਥਰ ਸੀ ਉਹਨੇ ਪੈਸੇ ਨਾਲ ਕੀ ਕੀਤਾ? ਆਨਸਰ ਹੈ ਦੀ ਹੀ ਹਾਈਡ ਇਟ ਇਨ ਐਂਡ ਦੀ ਓਲਡ ਟਰੰਕ, ਉਹਨੇ ਪੂਰੀਆਂ ਚੀਜ਼ਾਂ ਜਿਹੜਾ ਸੀਗਾ ਉਹਨੇ ਓਲਡ ਟਰੰਕ ਦੇ ਵਿੱਚ ਸਾਰੇ ਲੁਕੋ ਦਿੱਤੇ। 10th ਕੁਐਸਚਨ ਆ ਡਿਡ ਦੀ ਆਥਰ ਨੋ ਦੈਟ ਦੇਅਰ ਵਾਜ਼ ਟੂ ਦੀ ਕਨੈਕਸ਼ਨ ਬਿਟਵੀਨ ਟੂ ਦੀ ਇਲ ਰੂਟਨ ਮਨੀ ਐਂਡ ਦੀ ਬੈਡ ਹੈਪਨਿੰਗਸ, ਵੀ ਜਿਹੜਾ ਆਥਰ ਸੀਗਾ ਕਿ ਉਹਨੂੰ ਇਹ ਚੀਜ਼ ਬਾਰੇ ਪਤਾ ਲੱਗਿਆ ਵੀ ਇਹ ਸਾਰਾ ਜਿਹੜਾ ਚੀਜ਼ਾਂ ਨਾਲ ਉਹਨੇ ਪੈਸੇ ਪ੍ਰਾਪਤ ਕੀਤੇ ਆ ਜਾਂ ਮਨੀ ਲਈ ਆ ਉਹ ਸਾਰੇ ਕੀ ਨੇ, ਬੁਰੇ ਢੰਗ ਦੇ ਨਾਲ ਜਾਂ ਬੁਰੇ ਬਿਹੇਵ ਦੇ ਨਾਲ। ਤੇ ਇਹਦੇ ਨਾਲ ਕੀ ਹੋਇਆ, ਬਹੁਤ ਸਾਰੀਆਂ ਜਿਹੜੀਆਂ ਇਨ ਰੂਟਲ ਜਿਹੜੀਆਂ ਐਕਟੀਵਿਟੀਜ਼ ਨੇ ਉਹ ਘਟੀਆਂ, ਜਾਣੀ ਕਿ ਬੁਰੀਆਂ ਘਟਨਾਵਾਂ ਘਟੀਆਂ ਸੀਗੀਆਂ। ਆਨਸਰ ਹੈ ਯੈਸ ਹੀ ਡਿਡ ਹੈਵ ਸੱਚ ਆ ਫੀਲਿੰਗ, ਉਹਨੂੰ ਇਹ ਚੀਜ਼ਾਂ ਪਤਾ ਲੱਗ ਗਿਆ ਸੀ, ਉਹਨੂੰ ਮਹਿਸੂਸ ਹੋਣ ਲੱਗ ਗਿਆ ਸੀ ਉਹ ਕੁਝ ਗਲਤ ਕਰ ਰਿਹਾ। ਐਵਰੀ ਟਾਈਮ ਹੀ ਡਰੋ ਦੀ ਮਨੀ ਫਰੋਮ ਦੀ ਜੈਕਟ ਪਾਕਟ ਐਵਰੀਥਿੰਗ ਬੈਡ ਹੈਪਨਡ ਇਨ ਦੀ ਵਰਲਡ, ਕਹਿੰਦੇ ਵੀ ਜਦੋਂ ਵੀ ਉਹ ਕੁਛ ਵੀ ਪੈਸੇ ਆਪਣੀ ਜੇਬ ਦੀ ਪਾਕਟ ਦੇ ਵਿੱਚੋਂ ਕੱਢਦਾ ਸੀਗਾ ਤਾਂ ਜਦੋਂ ਵੀ ਉਹ ਕਰਦਾ ਸੀ ਤਾਂ ਇਹਦੇ ਨਾਲ ਕੁਛ ਨਾ ਕੁਛ ਬੁਰੀ ਘਟਨਾ ਜਿਹੜੀ ਸੀ ਉਹ ਪੂਰੇ ਸੰਸਾਰ ਦੇ ਵਿੱਚ ਕਿਤੇ ਨਾ ਕਿਤੇ ਹੁੰਦੀ ਸੀ। ਨੈਕਸਟ ਹੈਗਾ ਵਾਈ ਡਿਡ ਦੀ ਆਥਰ ਸਟਿਲ ਵਾਂਟ ਟੂ ਦੀ ਮੋਰ ਮਨੀ, ਵੀ ਜਿਹੜਾ ਆਥਰ ਸੀਗਾ ਉਹ ਕਿਉਂ ਹਲੇ ਵੀ ਚਾਹੁੰਦਾ ਸੀ ਮੈਨੂੰ ਹੋਰ ਵੀ ਪੈਸੇ ਮਿਲਣ। ਦੀ ਮੋਰ ਵਨ ਹੈਜ਼ ਦੀ ਮੋਰ ਵਨ ਵਾਂਟ ਇਟ ਇਜ਼ ਦੀ ਯੂਨੀਵਰਸਲ ਟਰੁੱਥ, ਕਹਿੰਦੇ ਵੀ ਜਿਹੜਾ ਇੱਕ ਬੰਦਾ ਹੈ ਜਿਹਦੇ ਕੋਲ ਪੈਸੇ ਆ ਜਾਣ ਤਾਂ ਉਹ ਹੋਰ ਜ਼ਿਆਦਾ ਚਾਹੁੰਦਾ ਹੁੰਦਾ। ਇਹ ਇੱਕ ਪੂਰੀ ਸੰਸਾਰ ਦੀ ਇੱਕ ਸੱਚਾਈ ਆ ਜਿਹਦੇ ਵਿੱਚ ਹਰੇਕ ਬੰਦਾ ਇਹੀ ਚਾਹੁੰਦਾ ਵਾ ਵੀ ਜੇਕਰ ਉਹਦੇ ਕੋਲ ਪੈਸੇ ਆਉਣ ਲੱਗ ਜਾਣ ਤਾਂ ਉਹ ਸੋਚਦਾ ਹੋਰ ਪੈਸੇ ਆਉਣ। 12th ਆ ਵਾਈ ਡਿਡ ਦੀ ਆਥਰ ਡਿਸਾਈਡ ਟੂ ਡਿਸਟਰੋਏ ਦੀ ਜੈਕਟ ਬਟ ਹੈਪਨਡ ਵੈਨ ਹੀ ਵਾਜ਼ ਡਿਸਟਰੋਇੰਗ ਇਟ,
ਵੀ ਜਦੋਂ ਆਥਰ ਨੇ ਇਹ ਚੀਜ਼ ਸੋਚੀ ਵੀ ਉਹ ਜਿਹੜਾ ਜੈਕਟ ਆ ਉਹਨੂੰ ਪੂਰਾ ਤਬਾਹ ਕਰ ਦੂਗਾ, ਤਾਂ ਕੀ ਹੋਇਆ ਜਦੋਂ ਉਹਨੇ ਤਬਾਹ ਕੀਤਾ ਉਸ ਜੈਕਟ ਨੂੰ। ਐਵਰੀ ਟਾਈਮ ਹੀ ਡਰਿਊ ਦੀਆਂ ਮਨੀ ਫਰੋਮ ਦੀਆਂ ਜੈਕਟ ਸਮ ਟਾਈਮ ਬੈਡ ਹੈਪਨਡ ਇਨ ਦੀਆਂ ਵਰਲਡ, ਵੀ ਜਦੋਂ ਵੀ ਉਹ ਆਪਣੇ ਪੈਸੇ ਉਸ ਜੈਕਟ ਦੇ ਵਿੱਚੋਂ ਕੱਢਦਾ ਤਾਂ ਕੁਛ ਨਾ ਕੁਛ ਬੁਰਾ ਹੁੰਦਾ ਪੂਰੇ ਸੰਸਾਰ ਦੇ ਵਿੱਚ। ਦੀ ਆਥਰ ਕੁਡ ਬੀਅਰ ਇਟ ਨੋ ਲੌਂਗਰ, ਵੀ ਜਿਹੜਾ ਆਥਰ ਸੀ ਉਹਨੇ ਬਹੁਤ ਲੰਬੇ ਸਮੇਂ ਤੱਕ ਉਹਨੂੰ ਨਹੀਂ ਪਾਇਆ। ਦੈਟ ਵਾਜ਼ ਵਾਈ ਹੀ ਡਿਸਾਈਡ ਟੂ ਡਿਸਟਰੋਏ ਦੀ ਜੈਕਟ, ਤਾਂ ਕਰਕੇ ਉਹਨੇ ਸੋਚਿਆ ਵੀ ਉਹ ਪੂਰਾ ਜਿਹੜਾ ਜੈਕਟ ਆ ਉਹਨੂੰ ਤਬਾਹ ਕਰ ਦੂਗਾ। ਵਾਈਲ ਡਿਸਟਰੋਇੰਗ ਇਟ ਹੀ ਹੇਅਰਡ ਦੀ ਮੈਨਸ ਨੋਇਸ, ਵੀ ਜਦੋਂ ਉਹਨੇ ਉਹ ਜੈਕਟ ਨੂੰ ਕੀ ਕੀਤਾ, ਅੱਗ ਲਗਾ ਦਿੱਤੀ, ਤਾਂ ਉਹਨੂੰ ਇੱਕ ਬੰਦੇ ਦੀ ਵੀ ਆਵਾਜ਼ ਸੁਣਾਈ ਦਿੱਤੀ। ਵਾਈਲ ਇਟ ਵਾਜ਼ ਟੂ ਲੇਟ ਬਟ ਹੀ ਕੁਡ ਨਨ ਦੇਅਰ, ਉਹਨੇ ਕਿਹਾ ਵੀ ਭਾਈ ਕੀ ਆ ਹੁਣ ਤੂੰ ਬਹੁਤ ਜ਼ਿਆਦਾ ਲੇਟ ਹੋ ਚੁੱਕਿਆ, ਦੇਰ ਹੋ ਗਈ, ਬਹੁਤ ਦੇਰ ਹੋ ਗਈ ਕਹਿੰਦੇ, ਤੇ ਪਰ ਉਸ ਨੂੰ ਉੱਥੇ ਕੁਝ ਵੀ ਦਿਖਾਈ ਨਹੀਂ ਦਿੱਤਾ। 13 ਥਾ ਡੂ ਯੂ ਥਿੰਕ ਦੀ ਆਥਰ ਵਾਜ਼ ਦੀ ਹੈਪੀ ਆਫਟਰ ਦੀ ਗੈਟਿੰਗ ਰੇਡ ਆਫ ਟੂ ਦੀ ਜੈਕਟ ਬਾਏ, ਵੀ ਜਿਹੜਾ ਆਥਰ ਸੀਗਾ ਉਹ ਕੀ ਤੁਸੀਂ ਉਹ ਚੀਜ਼ ਤੋਂ ਕੀ ਸੋਚਦੇ ਹੋ, ਜਿਹੜਾ ਆਥਰ ਸੀ ਜਦੋਂ ਉਹਨੇ ਆਪਣੇ ਜੈਕਟ ਤੋਂ ਛੁਟਕਾਰਾ ਪਾਇਆ ਵੀ ਉਹ ਇੱਕ ਖੁਸ਼ਹਾਲ ਵਿਅਕਤੀ ਬਣ ਗਿਆ, ਤੇ ਕਿਉਂ। ਆਨਸਰ ਹੈ ਦੀ ਆਥਰ ਵਾਜ਼ ਸਟਿਲ ਬੈਡ ਐਂਡ ਸੈਡ ਐਂਡ ਵਰਿਡ, ਵੀ ਜਿਹੜਾ ਆਥਰ ਸੀ ਹਲੇ ਵੀ ਕੀ ਸੀਗਾ, ਕਾਫੀ ਉਦਾਸ ਤੇ ਚਿੰਤਿਤ ਸੀਗਾ। ਹੀ ਫੀਅਰਡ ਦੈਟ ਦੀ ਸਮ ਡੇ ਦੀ ਟੇਲਰ ਵੁੱਡ ਬੀ ਕਮ ਟੂ ਹਿਜ਼ ਹੋਮ ਹਾਊਸ ਐਂਡ ਆਸਕ ਫॉर ਦੀ ਪੇਮੈਂਟ, ਉਹਨੂੰ ਇਹ ਡਰ ਸੀਗਾ ਵੀ ਜਿਹੜਾ ਆਥਰ ਜਿਹੜਾ ਵੀ ਉਹ ਟੇਲਰ ਆ ਉਹ ਕਦੇ ਨਾ ਕਦੇ ਉਹਦੇ ਕੋਲ ਆਏਗਾ ਤੇ ਉਹ ਤੋਂ ਪੈਸੇ ਮੰਗੇਗਾ, ਤੇ ਉਹਦੇ ਕੋਲ ਪੈਸੇ ਦੇ ਭੁਗਤਾਨ ਕਰਨ ਦੇ ਲਈ ਕੋਈ ਵੀ ਪੈਸੇ ਨਹੀਂ ਹੈ ਜਾਂ ਉਹਦੇ ਕੋਲ ਕੋਈ ਮਨੀ ਨਹੀਂ ਹੈ। ਤਾਂ ਇਸ ਚੀਜ਼ ਦਾ ਹਲੇ ਵੀ ਉਹਦੇ ਮਨ ਦੇ ਵਿੱਚ ਕੀ ਸੀਗਾ, ਡਰ ਬੈਠਿਆ ਹੋਇਆ ਸੀ। ਇਹ ਸੀਗਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਇਹਦੇ ਵਿੱਚ ਅਸੀਂ ਜਿਹੜਾ ਸਪਲੀਮੈਂਟਰੀ ਦਾ ਇੱਕ ਹੋਰ ਚੈਪਟਰ ਜਿਹੜਾ ਕਲਾਸ 9th ਦਾ ਵਾ ਉਹਨੂੰ ਕੰਪਲੀਟ ਕੀਤਾ। ਆਈ ਹੋਪ ਤੁਹਾਨੂੰ ਵੀ ਪਸੰਦ ਆਇਆ ਹੋਊ। ਜੇਕਰ ਤੁਹਾਨੂੰ ਪਸੰਦ ਆਇਆ ਤਾਂ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ ਵੱਧ ਤੋਂ ਵੱਧ ਮੇਰੇ YouTube ਚੈਨਲ ਦੇ ਨਾਲ ਜੁੜੋ, ਅਤੇ ਜਿੰਨਾ ਹੋ ਸਕੇ ਇੱਥੋਂ ਸਟੱਡੀ ਕਰਨ ਦੀ ਕੋਸ਼ਿਸ਼ ਕਰੋ, ਅਤੇ ਮੈਂ ਵੀ ਟਰਾਈ ਕਰੂੰਗਾ ਵੀ ਤੁਹਾਨੂੰ ਬੈਟਰ ਐਜੂਕੇਸ਼ਨ ਪ੍ਰੋਵਾਈਡ ਕਰ ਸਕਾਂ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।